किसान वीरो सारिਆਂ ਨੂੰ सत श्री अकाल। ਅੱਜ ਅਸੀਂ ਤੁਹਾਡੇ ਆਪਣੇ YouTube ਚੈਨਲ उत्तम खेती ਵਿੱਚ ਸਾਰਿਆਂ ਦਾ ਸਵਾਗਤ ਕਰ ਰਹੇ ਹਾਂ ਤੇ ਤੁਹਾਡੇ ਨਾਲ ਅੱਜ ਅਸੀਂ ਤਸਦੀਕਸ਼ੁਦਾ ਬੀਜ ਕਿਵੇਂ ਤਿਆਰ ਕਰਦੇ ਉਹਨਾਂ ਬਾਰੇ ਗੱਲਾਂ ਕਰਾਂਗੇ ਔਰ ਉਹਨਾਂ ਦੀ ਕੀ ਮਹੱਤਤਾ ਹੈ। ਇਸ ਅਦਾਰੇ ਦੇ ਜਿਹੜੇ ਅਫਸਰ ਹੈ ਰੀਜਨਲ ਸੀਡ ਸਰਟੀਫਿਕੇਸ਼ਨ ਅਫਸਰ ਡਾਕਟਰ सहबाज सिंह चीमा जो कि जलंधर पंजाब स्टेट सीड अथॉरिटी ਦੇ ਅੰਡਰ ਤੈਨਾਤ ਹਨ। ਉਹ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ ਡਾਕਟਰ ਚੀਮਾ ਜੀ। ਔਰ ਤੁਹਾਡੇ ਕੋਲ ਅੱਜ ਜਾਣਕਾਰੀ ਲੈਣੀ ਹੈ ਕਿ ਕਿਸਾਨ ਜਿਹੜੇ ਆ ਕਿਉਂਕਿ ਹਾੜੀ ਸਾਉਣੀ ਦੇ ਸੀਜ਼ਨ ਤੋਂ ਜਦੋਂ ਬਾਅਦ ਇਸ ਤਰ੍ਹਾਂ ਹੁਣ ਕਣਕ ਦੀ ਫਸਲ ਦੀ ਕਟਾਈ ਲਗਭਗ 100% ਹੋ ਚੁੱਕੀ ਹੈ ਔਰ ਸਾਉਣੀ ਦੇ ਸੀਜ਼ਨ ਵਾਸਤੇ ਜਿਹੜੀਆਂ ਵੀ ਤਸਦੀਕਸ਼ੁਦਾ ਵੈਰਾਈਟੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਜਾਂਦੀਆਂ ਹਨ ਉਹਨਾਂ ਦਾ ਬੀਜ ਜਿਹੜਾ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ। ਖੇਤੀਬਾੜੀ ਵਿਭਾਗ ਔਰ ਯੂਨੀਵਰਸਿਟੀ ਦੇ ਕਿਸਾਨ ਬੀਜ ਲੈਂਦੇ ਹਨ। ਸੋ ਇਸ ਜਿਹੜਾ ਤੁਹਾਡਾ ਅਦਾਰਾ ਹੈ ਸੀਡ ਸਰਟੀਫਿਕੇਸ਼ਨ ਅਥਾਰਟੀ ਇਹ ਕਿਸਾਨਾਂ ਦੀ ਕਿਵੇਂ ਮਦਦ ਕਰਦਾ ਹੈ ਅਤੇ ਇਸ ਵਿੱਚ ਬੀਜ ਦੀ ਕੀ ਮਹੱਤਤਾ ਹੈ ਔਰ ਤੁਸੀਂ ਆਪਣੇ ਇਸ ਅਦਾਰੇ ਬਾਰੇ ਸਾਰੀ ਜਾਣਕਾਰੀ ਸਾਨੂੰ ਦਿਓ ਜੀ। ਅੱਜ ਧੰਨਵਾਦ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਜਿੰਨੇ ਵੀ ਸਰੋਤੇ ਤੁਹਾਡੇ ਵੇਖ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪ੍ਰੇਮ ਪਿਆਰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਸੀਂ ਕਿਹਾ ਜੀ ਬੀਜ ਦੀ ਕੀ ਮਹੱਤਤਾ ਹੈ ਉਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਬੀਜ ਵੇਖਣ ਨੂੰ ਭਾਵੇਂ ਕਿ ਸਾਨੂੰ ਇਉਂ ਲੱਗਦਾ ਹੈ ਕਿ ਦਾਣਾ ਹੈ ਪਰ ਦਾਣੇ ਮੰਡੀ ਦੇ ਵਿੱਚ ਜਾਣ ਵਾਲੇ ਅਤੇ ਬੀਜ ਉਸ ਦੇ ਵਿੱਚ ਸਾਨੂੰ ਫ਼ਰਕ ਰੱਖਣਾ ਪੈਂਦਾ ਹੈ ਔਰ ਫ਼ਰਕ ਹੋਏਗਾ ਅਤੇ ਉਸ ਦਾ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਫਸਲ ਹੈ ਉਸ ਦੇ ਵਿੱਚ ਫ਼ਰਕ ਅੱਗੋਂ ਲੱਗੇਗਾ। ਭਾਵ ਬੀਜ ਉਹ ਹੋਣਾ ਚਾਹੀਦਾ ਜਿਹੜਾ ਜਿਸ ਦੀ ਸਾਡੇ ਕੋਲ ਜੈਨੇਟਿਕ ਪਿਓਰਿਟੀ ਹੋਵੇ ਕਿਉਂਕਿ ਉਸ ਤੋਂ ਅੱਗੇ ਫਸਲ ਤਿਆਰ ਹੋਣੀ ਹੁੰਦੀ ਹੈ। ਬੀਜਣ ਵੇਲੇ ਤੋਂ ਲੈ ਕੇ ਵੱਢਣ ਤੱਕ ਹੀ ਨਹੀਂ, ਜਦੋਂ ਤੱਕ ਅਗਲੀ ਫਸਲ ਅਸੀਂ ਉਸ ਬੀਜ ਰਾਹੀਂ ਨਹੀਂ ਬੀਜਣੀ ਉਸ ਬੀਜ ਦੀ ਦੇਖਭਾਲ ਵੀ ਕਰਨਾ ਬਹੁਤ ਲਾਜ਼ਮੀ ਹੈ ਔਰ ਇਹ ਇੱਕ ਬੀਜ ਦੀ ਮਹੱਤਤਾ ਹੈ ਕਿਉਂਕਿ ਇੱਕ ਸਭ ਤੋਂ ਪਹਿਲੀ ਇਨਪੁਟ ਕਿਸਾਨ ਵੱਲੋਂ ਹੈ ਉਹ ਬੀਜ ਹੀ ਵਿੱਚ ਪਾਇਆ ਜਾਣਾ ਹੈ। ਫਿਰ ਬਾਅਦ ਦੇ ਵਿੱਚ ਖਾਦਾਂ ਦਵਾਈਆਂ ਜਾਂ ਜੋ ਵੀ ਆਪਾਂ ਐਗਰੀਕਲਚਰ ਪ੍ਰੈਕਟਿਸਿਸ ਕਰਨੀਆਂ ਨੇ ਉਹ ਬਾਅਦ ਦੇ ਵਿੱਚ ਆਉਂਦੀਆਂ ਨੇ ਅਤੇ ਅਗਰ ਬੀਜ ਵੇਲੇ ਅਸੀਂ ਕੋਈ ਘੋਲ ਕਰ ਲਈ ਅਤੇ ਉਹ ਫਿਰ ਵੇਲਾ ਹੱਥ ਨਹੀਂ ਆਉਣਾ। ਉਹ ਬੀਜ ਜਿਹੜਾ ਹਮੇਸ਼ਾ ਉੱਤਮ ਕੁਆਲਿਟੀ ਦਾ ਹੀ ਸਾਨੂੰ ਵਰਤਣਾ ਚਾਹੀਦਾ ਹੈ ਜੇ ਅਸੀਂ ਅੱਗੋਂ ਭਰਪੂਰ ਫਸਲ ਲੈਣੀ ਹੈ। ਇਸ ਕਰਕੇ ਬੀਜ ਦੀ ਤਾਂ ਮਹੱਤਤਾ ਰਕਸ਼ਕ ਇਹ ਹੈ। ਅਤੇ ਤੁਸੀਂ ਅੱਗੇ ਗੱਲ ਕੀਤੀ ਸੀ ਤਸਦੀਕਸ਼ੁਦਾ ਬੀਜ। ਤਸਦੀਕਸ਼ੁਦਾ ਬੀਜਾਂ ਦਾ ਕੀ ਫ਼ਰਕ ਹੁੰਦਾ ਹੈ ਕਿ ਜਿਹੜਾ ਸਾਡਾ ਅਦਾਰਾ ਹੈ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਜਿਸ ਦੇ 4 ਰੀਜਨਲ ਖੇਤਰੀ ਦਫ਼ਤਰ ਨੇ ਜਿਵੇਂ ਜਲੰਧਰ ਹੈ, ਕੋਟਕਪੂਰੇ ਹੈ, ਲੁਧਿਆਣੇ ਹੈ ਔਰ ਚੌਥਾ ਜਿਹੜਾ ਸਾਡਾ ਮੋਹਾਲੀ ਵਿਖੇ ਹੈ ਜਿੱਥੇ ਸਾਡਾ ਮੁੱਖ ਦਫ਼ਤਰ ਵੀ ਹੈ ਔਰ ਉੱਥੇ ਇਹ 4 ਰੀਜਨ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਹੈ। ਇਸੇ ਤਰ੍ਹਾਂ ਹੀ ਮੇਰੇ ਵਾਂਗ ਹੀ ਹੋਰ 4 ਅਫਸਰ ਜਿਹੜੇ ਨੇ ਹਰ ਇੱਕ ਰੀਜਨ ਵਾਈਜ਼ ਤਾਇਨਾਤ ਨੇ। ਸਾਡੇ ਕੋਲ ਆਪਣਾ ਦੂਸਰਾ ਸਟਾਫ ਵੀ ਹੈ ਜਿਹੜਾ ਟੈਕਨੀਕਲ ਸਟਾਫ ਹੈ ਔਰ ਜਦੋਂ ਵੀ ਬੀਜ ਅਸੀਂ ਇੱਕ ਭਰੋਸੇਯੋਗ ਅਦਾਰੇ ਤੋਂ ਉਹ ਲੈਣਾ ਹੁੰਦਾ ਹੈ ਔਰ ਉਸ ਤੋਂ ਬਾਅਦ ਫਿਰ ਦੇਖ ਰੇਖ ਦੇ ਵਿੱਚ ਸਾਡੇ ਸਟਾਫ ਦੀ ਦੇਖ ਰੇਖ ਦੇ ਵਿੱਚ ਨੁਮਾਇੰਦਿਆਂ ਦੀ ਦੇਖ ਰੇਖ ਦੇ ਵਿੱਚ ਔਰ ਉਹ ਕਿਸਾਨ ਦੇ ਖੇਤ ਦੇ ਵਿੱਚ ਜਦੋਂ ਬੀਜਿਆ ਜਾਂਦਾ ਹੈ ਤਾਂ ਉਸ ਤੋਂ ਫਿਰ ਬੀਜ ਤਿਆਰ ਕੀਤਾ ਜਾਂਦਾ ਹੈ। ਹਾਂਜੀ ਡਾਕਟਰ ਚੀਮਾ ਜੀ ਤੁਸੀਂ ਬਹੁਤ ਵਧੀਆ ਬੀਜ ਦੀ ਮਹੱਤਤਾ ਬਾਰੇ ਦੱਸਿਆ ਅਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਵੀ ਕਿਸਾਨ ਜਿਹੜੀਆਂ ਕਿਹੜੀਆਂ ਤਸਦੀਕਸ਼ੁਦਾ ਸ਼੍ਰੇਣੀਆਂ ਜਿਹੜੀਆਂ ਹੁੰਦੀਆਂ ਬੀਜਾਂ ਦੀਆਂ ਉਹਨਾਂ ਬਾਰੇ ਤੁਸੀਂ ਆਪਣੇ ਵਿਚਾਰ ਰੱਖੋ ਜੀ। ਬਿਲਕੁਲ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਤਸਦੀਕਸ਼ੁਦਾ ਬੀਜ ਦੇ ਵਿੱਚ ਵੀ ਅਲੱਗ-ਅਲੱਗ ਸ਼੍ਰੇਣੀਆਂ ਨੇ।
ਸਭ ਤੋਂ ਪਹਿਲਾਂ ਜਦੋਂ ਬੀਜ ਪੈਦਾ ਹੁੰਦਾ, ਇੱਕ ਨਿਊਕਲੀਅਸ ਬੀਜ ਉਸ ਦਾ ਨਾਮ ਹੁੰਦਾ ਹੈ, ਉਸ ਤੋਂ ਅੱਗੇ ਬਰੀਡਰ ਸੀਡ ਹੁੰਦਾ ਹੈ। ਉਹ ਸਾਰਾ ਜਿਹੜਾ ਹੈ ਵਿਗਿਆਨੀਆਂ ਦੀ ਖੋਜ ਦੇ ਨਾਲ ਨਿਊਕਲੀਅਸ ਬੀਜ ਬਣਿਆ, ਔਰ ਵਿਗਿਆਨੀਆਂ ਦੀ ਦੇਖ ਰੇਖ ਦੇ ਵਿੱਚ ਹੀ ਉਹ ਬਰੀਡਰ ਸੀਡ ਜਿਹੜਾ ਉਹ ਬਣਦਾ ਹੈ। ਬਰੀਡਰ ਸੀਡ ਤੇ ਉੱਪਰ ਪੀਲੇ ਰੰਗ ਦੇ ਟੈਗ ਲੱਗਦੇ ਹਨ ਜਦੋਂ ਉਹਦਾ ਥੈਲਾ ਤਿਆਰ ਹੁੰਦਾ ਹੈ, ਔਰ ਉਸ ਤੋਂ ਬਾਅਦ ਬਰੀਡਰ ਸੀਡ ਤੋਂ ਅੱਗੇ ਸਾਡੇ ਕੋਲ ਫਾਊਂਡੇਸ਼ਨ ਬੀਜ ਦੀ ਸ਼੍ਰੇਣੀ ਹੈ, ਉਹ ਬੀਜ ਤਿਆਰ ਹੁੰਦਾ ਹੈ। ਫਾਊਂਡੇਸ਼ਨ ਦਾ ਜਦੋਂ ਬੀਜ ਤਿਆਰ ਹੁੰਦਾ ਹੈ ਤੇ ਉਸ ਦੇ ਉੱਤੇ ਟੈਗ ਜਿਹੜਾ ਹੈ ਉਹ ਚਿੱਟੇ ਰੰਗ ਦਾ ਟੈਗ ਲੱਗਦਾ ਹੈ। ਫਿਰ ਅਗਲੀ ਸ਼੍ਰੇਣੀ ਜਿਹੜੀ ਹੈ ਉਹ ਫਾਊਂਡੇਸ਼ਨ ਬੀਜ ਤੋਂ ਦੁਬਾਰਾ ਉਸੇ ਬੀਜ ਨੂੰ ਬੀਜ ਕੇ ਤਿਆਰ ਕੀਤੀ ਜਾਂਦੀ ਹੈ, ਉਸ ਨੂੰ ਕਿਹਾ ਜਾਂਦਾ ਹੈ ਸਰਟੀਫਾਈਡ ਬੀਜ ਦੀ ਸ਼੍ਰੇਣੀ ਹੈ। ਔਰ ਜਿੱਥੋਂ ਬਰੀਡਰ ਸੀਡ ਲੈ ਲਿਆ ਕਿਸੇ ਵੀ ਅਦਾਰੇ ਤੋਂ, ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਲਿਆ ਜਾਂ ਕਿਸੇ ਖੇਤਰੀ ਖੋਜ ਕੇਂਦਰ ਤੋਂ ਲੈ ਲਿਆ, ਔਰ ਬਰੀਡਰ ਸੀਡ ਤੋਂ ਬਾਅਦ ਫਾਊਂਡੇਸ਼ਨ ਸੀਡ ਤੇ ਸਰਟੀਫਾਈਡ ਸੀਡ, ਇਹਨਾਂ ਨੂੰ ਤਸਦੀਕਸ਼ੁਦਾ ਬੀਜ ਕਿਹਾ ਜਾਂਦਾ ਹੈ। ਔਰ ਇਹ ਬੀਜ ਜਿਹੜੇ ਨੇ, ਇਹ ਸ਼੍ਰੇਣੀਆਂ ਜਿਹੜੀਆਂ ਨੇ, ਇਹ ਫਿਰ ਅੱਗੋਂ ਜਿਹੜੇ ਸਾਡੇ ਸੰਸਥਾ ਦੇ ਨੁਮਾਇੰਦੇ ਹੁੰਦੇ ਨੇ, ਉਹਨਾਂ ਦੇ ਰਾਹੀਂ ਉਹਨਾਂ ਦੇ ਦੇਖ ਰੇਖ ਦੇ ਵਿੱਚ ਇਹ ਫਿਰ ਭਿਜਵਾਇਆ ਜਾਂਦਾ ਹੈ ਬੀਜ ਉਤਪਾਦਕਾਂ ਦੇ ਫਾਰਮਾਂ ਦੇ ਉੱਤੇ ਜੀ। ਸੋ ਡਾਕਟਰ ਚੀਮਾ ਜੀ, ਤੁਸੀਂ ਜਿਸ ਤਰ੍ਹਾਂ ਦੱਸਿਆ, ਇੱਕ ਫਾਊਂਡੇਸ਼ਨ ਸੀਡ ਹੁੰਦਾ ਆ, ਇੱਕ ਸਰਟੀਫਾਈਡ ਸੀਡ ਹੁੰਦਾ, ਇੱਕ ਬਰੀਡਰ ਸੀਡ ਹੁੰਦਾ। ਸੋ ਕਿਸਾਨਾਂ ਨੂੰ ਇਹ ਵੀ ਦੱਸੋ ਵੀ ਇਹਨਾਂ ਤੋਂ ਇਲਾਵਾ ਵੀ ਕੋਈ ਬੀਜ ਦੀ ਸ਼੍ਰੇਣੀ ਹੁੰਦੀ ਹੈ? ਦੇਖੋ ਜੀ, ਜਿਹੜੀ ਤਾਂ ਸਰਟੀਫਿਕੇਸ਼ਨ ਅਧੀਨ ਆਉਂਦੀ ਹੈ ਉਹ ਤਾਂ ਫਾਊਂਡੇਸ਼ਨ ਤੇ ਸਰਟੀਫਾਈਡ ਸ਼੍ਰੇਣੀਆਂ ਹੀ ਹਨ, ਲੇਕਿਨ ਬਾਜ਼ਾਰ ਦੇ ਵਿੱਚ ਇੱਕ ਹੋਰ ਬਹੁਤ ਸ਼੍ਰੇਣੀ ਜਿਹੜੀ ਆ ਉਹ ਉਪਲਬਧ ਹੁੰਦੀ ਹੈ, ਜਿਹੜੀ ਕਿ TL ਟਰੂਥਫੁਲੀ ਲੇਬਲਡ ਸ਼੍ਰੇਣੀ ਹੁੰਦੀ ਆ, ਜਿਹੜੀ ਕਿ ਸਰਟੀਫਿਕੇਸ਼ਨ ਦੇ ਅਧੀਨ, ਤਸਦੀਕਸ਼ੁਦਾ ਬੀਜ ਦੇ ਅਧੀਨ ਨਹੀਂ ਆਉਂਦੀ। ਇਸੇ ਕਰਕੇ ਹੀ ਮੈਂ ਤੁਹਾਡੇ ਮਾਧਿਅਮ ਰਾਹੀਂ ਕਿਸਾਨਾਂ ਨੂੰ ਕਹਿ ਰਿਹਾ ਸੀ ਕਿ ਇਸ ਵਪਾਰਕ ਸੋਚ ਨੂੰ ਅਪਣਾਉਂਦੇ ਹੋਏ ਆਪਾਂ ਤਸਦੀਕਸ਼ੁਦਾ ਬੀਜ ਪੈਦਾ ਕਰਨ ਵੱਲ ਨੂੰ ਆਪਣੇ ਆਪ ਨੂੰ ਤਿਆਰ ਕਰੀਏ, ਕਿਉਂਕਿ ਬਹੁਤ ਇਸ ਦੇ ਵਿੱਚ ਲੋੜ ਹੈ। ਸਾਡੇ ਕੋਲ ਸਰਟੀਫਾਈਡ ਜਿਹੜਾ ਸੀਡ ਹੈ, ਬੀਜ ਹੈ, ਉਹ ਇੰਨੀ ਮਾਤਰਾ ਦੇ ਵਿੱਚ ਅਜੇ ਵੀ ਬਾਜ਼ਾਰ ਦੇ ਵਿੱਚ ਉਪਲਬਧ ਨਹੀਂ ਕੀਤਾ ਜਾ ਰਿਹਾ। ਇਸ ਕਰਕੇ ਕਿਸਾਨਾਂ ਨੂੰ ਜਿਹੜਾ TL ਬੀਜ ਉਸ ਨੂੰ ਖਰੀਦਣਾ ਪੈਂਦਾ ਹੈ। ਜਿਵੇਂ ਮੈਂ ਦੱਸਿਆ ਸੀ ਕਿ TL ਜਿਹੜਾ ਬੀਜ ਹੈ ਉਹ ਬੀਜ ਉਤਪਾਦਕ ਵੱਲੋਂ ਆਪਣੇ ਪੱਧਰ 'ਤੇ ਹੀ, ਉਸ ਨੇ ਸਾਡੇ ਕੋਲੋਂ ਕੋਈ ਕਿਸੇ ਤਰ੍ਹਾਂ ਦੀ ਸੋਰਸ ਨਹੀਂ ਸਾਨੂੰ ਦੱਸਣੀ ਹੁੰਦੀ, ਨਾ ਹੀ ਅਸੀਂ ਉਹ ਸਾਡੇ ਅਧੀਨ ਆਉਂਦਾ ਹੈ ਸਰਟੀਫਿਕੇਸ਼ਨ ਦੇ। ਉਸ ਨੇ ਆਪਣੇ ਪੱਧਰ 'ਤੇ ਹੀ ਉਹ ਬੀਜ ਦੀ ਵੈਰਾਈਟੀ ਜਿਹੜੀ ਹੈ ਉਹ ਉਗਾਉਣੀ ਹੈ, ਔਰ ਉਹਨੇ ਪੈਦਾ ਕਰਕੇ ਆਪਣੇ ਕਿਸਾਨਾਂ ਨੂੰ ਬਾਜ਼ਾਰ ਦੇ ਵਿੱਚ ਵੇਚਣੀ ਹੈ। ਉਸ ਦੇ ਉੱਤੇ ਜੋ ਹੈ ਟੈਗ, ਉਹ ਬੀਜ ਉਤਪਾਦਕ ਦਾ ਹਰੇ ਰੰਗ ਦਾ ਟੈਗ ਲੱਗਦਾ ਹੈ। ਉਹ ਕਿਸਾਨ ਜ਼ਰੂਰ ਉਸ ਵੇਲੇ ਫਰਕ ਲਾ ਸਕਦੇ ਆ, ਪਰ ਉਹ ਹਰੇ ਰੰਗ ਦਾ ਟੈਗ ਜਿਹੜਾ ਹੈ ਉਹ ਜਦੋਂ ਫਾਊਂਡੇਸ਼ਨ ਸੀਡ ਹੈ ਜਾਂ ਸਰਟੀਫਾਈਡ ਸੀਡ ਹੈ, ਉਸ ਵੇਲੇ ਵੀ ਉਹ ਆਪਣੇ ਹਰੇ ਰੰਗ ਦਾ ਜਿਹੜਾ ਟੈਗ ਹੈ, ਜਿਸ ਦੇ ਉੱਤੇ ਉਸ ਨੇ ਆਪਣਾ ਐਡਰੈਸ, ਪਤਾ, ਸਾਰਾ ਕੁਝ ਲਿਖਿਆ ਹੁੰਦਾ ਹੈ, ਉਹਦੇ ਉੱਤੇ ਉਹ ਲੱਗਾ ਹੁੰਦਾ ਹੈ ਟੈਗ ਜੀ। ਗੱਲ ਮੇਰੇ ਦਿਮਾਗ 'ਚ ਆਈ ਹੈ ਵੀ ਜਿਸ ਤਰ੍ਹਾਂ ਕੋਈ ਕਿਸਾਨ ਚਾਹੁੰਦਾ ਵੀ ਮੈਂ ਸੀਡ ਪ੍ਰੋਡਿਊਸਰ ਆ ਬਣਨਾ, ਸੋ ਉਹਦੇ ਵਾਸਤੇ ਕੀ ਕੀ ਉਪਰਾਲੇ ਨੂੰ ਕਰਨੇ ਚਾਹੀਦੇ? ਪੂਰੇ ਵਿਸਤਾਰਪੂਰਵਕ ਤੁਸੀਂ ਦੱਸੋ। ਤੁਸੀਂ ਪਹਿਲਾਂ ਵੀ ਕੋਈ ਫੀਸਾਂ ਦਾ ਜ਼ਿਕਰ ਕੀਤਾ, ਇਸ ਥੋੜ੍ਹਾ ਡਿਟੇਲ ਵਿੱਚ ਇਹਦਾ ਪਲੀਜ਼ ਦੱਸੋ। ਮੈਂ ਦੱਸਿਆ ਸੀ ਜੀ ਤੁਹਾਨੂੰ ਪਹਿਲਾਂ ਕਿ ਸਭ ਤੋਂ ਪਹਿਲਾਂ ਜਦੋਂ ਵੀ ਇੱਕ ਬੀਜ ਉਤਪਾਦਕ ਬਣਨਾ ਚਾਹੁੰਦਾ ਹੈ, ਤਸਦੀਕਸ਼ੁਦਾ ਬੀਜ ਉਤਪਾਦਕ ਬਣਨਾ ਚਾਹੁੰਦਾ ਹੈ ਕਿਸਾਨ, ਉਹ ਬਣ ਸਕਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਨਾਲ ਤਾਲਮੇਲ ਕਰਕੇ ਲਾਇਸੈਂਸ ਲੈ ਲਵੇ ਜੀ, ਔਰ ਉਸ ਤੋਂ ਬਾਅਦ ਉਹ ਬੀਜ ਜਿਹੜਾ ਹੈ ਬਰੀਡਰ ਸੀਡ, ਉਹ ਉਸ ਦੇ ਲਈ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਹੈ ਔਰ ਖੋਜ ਕੇਂਦਰ ਅਦਾਰੇ ਹਨ, ਉਹਨਾਂ ਦੇ ਨਾਲ ਸੰਪਰਕ ਕਰਕੇ ਉੱਥੋਂ ਬੀਜ ਉਹ ਆਪਣੇ ਆਪ ਲਈ ਮੁਹੱਈਆ ਕਰਵਾ ਲਵੇ। ਉਸ ਤੋਂ ਬਾਅਦ ਉਹ ਸਾਡੇ ਕੋਲ ਜਿਹੜੀ ਸਾਡੀ ਆਪਣੀ ਬੀਜ ਪ੍ਰਮਾਣਨ ਸੰਸਥਾ ਹੁੰਦੀ ਹੈ, ਉਸ ਦੇ ਨਾਲ ਸਾਡੇ ਨਾਲ ਤਾਲਮੇਲ ਕਰ ਸਕਦਾ ਹੈ। ਭਾਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਆਨਲਾਈਨ ਪੋਰਟਲ ਵੀ ਸ਼ੁਰੂ ਹੋ ਗਿਆ ਹੈ, ਉਹ ਸਾਡੇ ਕੋਲ ਸਾਡੇ ਖੇਤਰੀ ਦਫ਼ਤਰਾਂ ਦੇ ਵਿੱਚ ਸਾਡੇ ਨਾਲ ਸੰਪਰਕ ਕਰ ਸਕਦਾ ਹੈ।
ਔਰ ਉੱਥੇ ਇੱਕ ਰਜਿਸਟ੍ਰੇਸ਼ਨ ਉਹਨੇ ਕਰਵਾਉਣੀ ਹੁੰਦੀ ਹੈ ਔਰ ਬਹੁਤ ਹੀ ਨਾਮਾਤਰ ਬਹੁਤ ਘੱਟ ਫੀਸਾਂ ਹਨ। ਜਿਵੇਂ ਇੱਕ ਕਿਸਾਨ ਨੇ ਅਗਰ ਸਾਡੇ ਕੋਲ ਰਜਿਸਟਰ ਹੋਣਾ ਹੋਵੇ ਤੇ ਪ੍ਰਤੀ ਕਿਸਾਨ ਸਿਰਫ 100 ਰੁਪਇਆ ਡਾਕਟਰ ਸਾਹਿਬ ਫੀਸ ਆ ਵੀ ਉਹ ਰਜਿਸਟ੍ਰੇਸ਼ਨ ਦੀ। ਔਰ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਣਕ ਝੋਨੇ ਦੇ ਲਈ ਤੇ ਉਸ ਦੀ ਇੰਸਪੈਕਸ਼ਨ ਵਗੈਰਾ ਕਰਨੀ ਹੁੰਦੀ ਹੈ, ਸਾਡੇ ਨੁਮਾਇੰਦੇ ਨੇ ਜਾ ਕੇ ਉੱਥੇ ਵੇਖਣਾ ਹੁੰਦਾ ਹੈ ਤੇ ਉਸ ਦੀ ਇੰਸਪੈਕਸ਼ਨ ਦਾ ਖਰਚਾ ਜਿਹੜਾ ਜੀ ਉਹ ਸਿਰਫ 625 ਰੁਪਏ ਪ੍ਰਤੀ ਹੈਕਟੇਅਰ ਹੈ ਜੀ। ਉਹ ਵੀ ਕੋਈ ਮੈਂ ਨਹੀਂ ਕਹਿ ਸਕਦਾ ਵੀ ਕੋਈ ਜ਼ਿਆਦਾ ਵਾ, 625 ਰੁਪਏ ਹੈਕਟੇਅਰ ਇਹਦੇ ਲਈ ਹੈ। ਔਰ ਅਗਰ ਕੋਈ ਆਲੂ ਦਾ ਬੀਜ ਤਸਦੀਕਸ਼ੁਦਾ ਪੈਦਾ ਕਰਨਾ ਚਾਹੁੰਦਾ ਹੋਵੇ ਤਾਂ ਉਸ ਦੇ ਲਈ 1500 ਰੁਪਇਆ ਫੀਸ ਹੈ ਪ੍ਰਤੀ ਹੈਕਟੇਅਰ ਦੇ ਹਿਸਾਬ ਦੇ ਨਾਲ। ਤੇ ਕਣਕ ਝੋਨੇ ਦੇ ਲਈ ਆਮ ਜਿਹੜੀਆਂ ਫਸਲਾਂ ਨੇ ਉਸ ਦੇ ਲਈ 625 ਰੁਪਏ ਪ੍ਰਤੀ ਹੈਕਟੇਅਰ ਹੈ। ਫਿਰ ਇਸ ਤੋਂ ਇਲਾਵਾ ਜਦੋਂ ਮੈਂ ਟੈਗਸ ਬਾਰੇ ਦੱਸਿਆ ਸੀ ਤੁਹਾਨੂੰ ਵੀ ਜਿਹੜਾ ਸਫੇਦ ਰੰਗ ਦਾ ਟੈਗ ਹੈ ਫਾਊਂਡੇਸ਼ਨ, ਜਿਸ ਦੇ ਵਿੱਚ ਪਿਓਰਿਟੀ ਸਭ ਤੋਂ ਉੱਤਮ ਕੁਆਲਿਟੀ ਦੀ ਹੁੰਦੀ ਹੈ, ਸਭ ਤੋਂ ਸ੍ਰਿਸ਼ਟ ਸ਼੍ਰੇਣੀ ਵਧੀਆ ਸ਼੍ਰੇਣੀ ਦੇ ਵਿੱਚ ਗਿਣਿਆ ਜਾਂਦਾ ਹੈ, ਉਸ ਦਾ ਸਫੇਦ ਰੰਗ ਦਾ ਟੈਗ ਉਹ 6 ਰੁਪਏ ਪ੍ਰਤੀ ਟੈਗ ਹੁੰਦਾ ਹੈ ਜੀ। ਔਰ ਜਿਹੜਾ ਸਰਟੀਫਾਈਡ ਨੀਲੇ ਰੰਗ ਦਾ ਟੈਗ ਹੈ ਉਹ 5 ਰੁਪਏ ਪ੍ਰਤੀ ਟੈਗ ਹੈ, ਜਿਹੜਾ ਕਿ ਉਹ ਬੈਗ ਦੇ ਉੱਪਰ ਲੱਗਦਾ ਹੈ। ਇਹਨਾਂ ਟੈਗ ਦੇ ਉੱਪਰ ਮੈਂ ਜ਼ਰੂਰ ਦੱਸ ਦੇਵਾਂ ਤੁਹਾਨੂੰ ਕਿ ਉੱਥੇ ਕਿਸਮ ਕਿਹੜੀ ਫਸਲ ਹੈ ਔਰ ਉਸ ਦੀ ਕਿਹੜੀ ਵੈਰਾਈਟੀ ਹੈ ਔਰ ਉਸ ਦਾ ਲੋਟ ਨੰਬਰ ਕੀ ਹੈ, ਉਸ ਦੇ ਉੱਤੇ ਇੱਕ ਟੈਗ ਦਾ ਨੰਬਰ ਹੁੰਦਾ ਹੈ ਤੇ ਫਿਰ ਇੱਕ ਉਸ ਲੋਟ ਦੇ ਲਈ ਵੀ ਸਾਡੇ ਕੋਲੋਂ ਇੱਕ ਨੰਬਰ ਮਿਲਦਾ ਹੈ, ਉਹ ਉਸ ਦੇ ਉੱਤੇ ਦਰਜ ਕੀਤਾ ਜਾਂਦਾ ਹੈ। ਬੀਜ ਉਤਪਾਦਕ ਦਾ ਪਤਾ ਹੁੰਦਾ ਹੈ, ਉਸ ਦੇ ਉੱਪਰ ਪੂਰਾ ਐਡਰੈਸ ਲਿਖਿਆ ਹੁੰਦਾ ਹੈ ਔਰ ਉਸ ਬੀਜ ਦੀ ਮਿਆਦ ਕਿੰਨੀ ਹੈ ਉਹ ਵੀ ਉਹਦੇ ਉੱਤੇ ਦਰਸਾਈ ਹੁੰਦੀ ਹੈ। ਫਿਰ ਜਿਹੜਾ ਸਾਡੇ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਦੇ ਨੁਮਾਇੰਦੇ ਜਿਸ ਦੀ ਦੇਖ ਰੇਖ ਦੇ ਵਿੱਚ ਉਹ ਬੀਜ ਪੈਦਾ ਕੀਤਾ ਗਿਆ ਹੈ, ਉਸ ਦਾ ਵੀ ਉੱਪਰ ਉਸ ਦੇ ਉੱਤੇ ਨਾਮ ਔਰ ਹਸਤਾਖਰ ਸਟੈਂਪ ਲੱਗੀ ਹੁੰਦੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਮੈਂ ਕਿਸਾਨ ਵੀਰਾਂ ਨੂੰ ਹੋਰ ਵੀ ਦੱਸ ਦੇਵਾਂ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਨਲਾਈਨ ਕਰਨ ਜਾ ਰਹੇ ਹਾਂ ਔਰ ਫਿਰ ਅਸੀਂ ਭਾਰਤ ਦੇ ਵਿੱਚ ਇੱਕ ਮੋਹਰੀ ਸੂਬਾ ਬਣਨ ਦੇ ਜਾਣ ਲਈ ਆਲਮੋਸਟ ਤਿਆਰੀ ਹੋ ਚੁੱਕੀ ਹੈ ਕਿ ਅਸੀਂ ਬਾਰਕੋਡ ਲਾਉਣ ਲਈ ਜਾ ਰਹੇ ਹਾਂ, ਤਾਂ ਜੋ ਕਿ ਜਦੋਂ ਕਿ ਉਸ ਤੋਂ ਤੁਸੀਂ ਸਕੈਨ ਕਰਿਆ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਤੁਹਾਨੂੰ ਸਾਰਾ ਉਸ ਕਿਸ ਖੇਤ ਦੇ ਵਿੱਚੋਂ ਉਹ ਬੀਜ ਤਿਆਰ ਹੋਇਆ ਹੈ, ਕਿਹੜੀ ਕਿਸਮ ਹੈ, ਕਦੋਂ ਉਗਾਈ ਗਈ, ਕਦੋਂ ਕੀ ਉਹਦੇ ਤੇ ਕੀਤਾ ਗਿਆ, ਸਾਰਾ ਦਾ ਸਾਰਾ ਡਾਟਾ ਜਿਹੜਾ ਉਹ ਵੀ ਉਪਲਬਧ ਹੋ ਜਾਇਆ ਕਰੇਗਾ। ਇਹ ਵੀ ਸਾਡੀ ਅਗਲੇ ਆਉਣ ਵਾਲੇ ਸੀਜ਼ਨ ਦੇ ਵਿੱਚ ਇਹ ਵੀ ਕੋਸ਼ਿਸ਼ ਹੈ। ਔਰ ਇਸ ਤੋਂ ਇਲਾਵਾ ਬਹੁਤ ਛੋਟੀਆਂ ਫੀਸਾਂ ਜਿਹੜੀਆਂ ਹੁਣ ਰਹਿ ਜਾਂਦੀਆਂ ਨੇ, ਉਹ ਕੀ ਹੈ ਕਿਉਂਕਿ ਅਸੀਂ ਇੱਕ ਜੈਨੇਟਿਕ ਪਿਓਰਿਟੀ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਦੇਣੀ ਹੁੰਦੀ ਹੈ ਔਰ ਜਦੋਂ ਸਾਡੀ ਫਸਲ ਪੱਕ ਜਾਂਦੀ ਤਿਆਰ ਹੋ ਜਾਂਦੀ ਹੈ ਔਰ ਜਦੋਂ ਉਹਨੂੰ ਫਾਈਨਲ ਪੈਕਿੰਗ ਕਰਨੀ ਹੁੰਦੀ ਹੈ ਉਸ ਤੋਂ ਪਹਿਲਾਂ ਅਸੀਂ ਉਹਨੂੰ ਇੱਕ ਗਰੋ ਆਊਟ ਟੈਸਟ ਉਹ ਕਰਵਾਇਆ ਜਾਂਦਾ ਹੈ ਤਾਂ ਜੋ ਕਿ ਉਸ ਕਿਸਮ ਦੀ ਪਿਓਰਿਟੀ ਜਿਹੜੀ ਹੈ ਉਹ ਵੇਖ ਲਈ ਜਾਵੇ ਕਿ ਕੀ ਉਹ ਮਾਪਦੰਡਾਂ ਦੇ ਨਾਲ ਪੂਰਾ ਮੇਲ ਖਾਂਦੀ ਹੈ। ਫਿਰ ਇਸ ਤੋਂ ਪਹਿਲਾਂ ਅਸੀਂ ਇਸ ਤੋਂ ਬਾਅਦ ਫਿਰ ਅਸੀਂ ਨਾਲ ਦੀ ਨਾਲ ਹੀ ਇੱਕ ਸਾਡੀਆਂ 3 ਜਿਹੜੀਆਂ ਪੰਜਾਬ ਦੇ ਵਿੱਚ ਬੀਜ ਪਰਖ ਪ੍ਰਯੋਗਸ਼ਾਲਾ ਨੇ ਉਹਨਾਂ ਦੇ ਵਿੱਚੋਂ ਵੀ ਇਹਨਾਂ ਦੀ ਪਰਖ ਕਰਾਉਂਦੇ ਹਾਂ। ਬਹੁਤ ਨੋਮੀਨਲ ਜੀ ਫੀਸ ਹੁੰਦੀ ਹੈ, ਸਿਰਫ 15 ਰੁਪਏ ਇੱਕ ਸੈਂਪਲ ਦੀ ਫੀਸ ਹੁੰਦੀ ਹੈ। ਕਹਿਣ ਦਾ ਭਾਵ ਕਿ ਫੀਸਾਂ ਤਾਂ ਕੋਈ ਬਹੁਤ ਜ਼ਿਆਦਾ ਨਹੀਂ, ਅਤੇ ਜਦੋਂ ਕਿਸਾਨ ਆਪਣੇ ਦਾਣੇ ਵੇਚਦਾ ਹੈ ਮੰਡੀ ਦੇ ਵਿੱਚ, ਤੇ ਜੇ ਮੈਂ ਅੱਜ ਦੇ ਸੀਜ਼ਨ ਦੀ ਗੱਲ ਕਰਾਂ ਤਾਂ 2125 ਰੁਪਏ ਕੇਂਦਰ ਸਰਕਾਰ ਵੱਲੋਂ MSP ਜਿਹੜੀ ਹੈ ਉਹ ਘੋਸ਼ਿਤ ਕੀਤੀ ਗਈ ਹੈ ਕਣਕ ਦੇ ਲਈ। ਪਰ ਜਦੋਂ ਬੀਜ ਲੈਂਦਾ ਹੈ ਕਿਸਾਨ ਤਾਂ ਉਸ ਨੂੰ ਉਹ ਮਹਿੰਗਾ ਬੀਜ ਮਿਲਦਾ ਹੈ। ਉਸ ਦੇ ਵਿੱਚ ਕਾਫੀ ਸਾਡੇ ਕੋਲ ਸਕੋਪ ਹੈ, ਗਰੋਥ ਦਾ ਚਾਂਸ ਹੈ ਔਰ ਨੌਜਵਾਨ ਸਾਡੇ ਜਿਹੜੇ ਨੇ ਬਾਹਰਲੇ ਮੁਲਕਾਂ ਵੱਲ ਨੂੰ ਵੀ ਜਾ ਰਹੇ ਨੇ ਔਰ ਉਹਨਾਂ ਦੇ ਲਈ ਵੀ ਇੱਥੇ ਇਹੋ ਜਿਹੇ ਸਾਨੂੰ ਆਪਣੇ ਪੱਧਰ 'ਤੇ ਉਹਨਾਂ ਨੂੰ ਇਹ ਖੜੇ ਕਰਨੇ ਪੈਣਗੇ ਕਾਰੋਬਾਰ, ਤਾਂ ਜੋ ਕਿ ਆਪਣੇ ਦੇਸ਼ ਦੇ ਵਿੱਚ ਰਹਿੰਦੇ ਹੋਏ ਚੰਗਾ ਮੁਨਾਫਾ ਕਮਾਉਣ ਔਰ ਮੁਨਾਫੇ ਦੇ ਨਾਲ ਨਾਲ ਹੀ ਆਪਣੀ ਕਿਸਾਨੀ ਦੀ ਹੋਰ ਵਧੀਆ ਢੰਗ ਦੇ ਨਾਲ ਸੇਵਾ ਵੀ ਕਰ ਸਕਣ। ਸੋ ਕਿਸਾਨ ਵੀਰੋ, ਤੁਹਾਨੂੰ ਬੇਨਤੀ ਕੀਤੀ ਜਾਂਦੀ ਵੀ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਵੀ ਜੇ ਤੁਸੀਂ ਕੋਈ ਕਿਸਾਨ ਆਪਣਾ ਬਿਜ਼ਨਸ ਸੀਡ ਤੋਂ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਹੈ ਉਹਦੇ ਵਿੱਚ ਕੀ ਆਪਾਂ ਨੂੰ ਕਾਰਵਾਈ ਕਰਨੀ ਪੈਂਦੀ ਹੈ, ਉਹਦੇ ਬਾਰੇ ਤੁਹਾਨੂੰ ਇਹਨਾਂ ਵਿਚਾਰ ਦੱਸੇ। ਸੋ ਡਾਕਟਰ ਸਾਹਿਬ, ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਜਿਸ ਤਰ੍ਹਾਂ ਹੁਣ ਆਪਣੀ ਆਉਣ ਵਾਲੇ ਸਾਉਣੀ ਦੀ ਫਸਲ ਵਾਸਤੇ ਕਿਸਾਨਾਂ ਨੇ ਬੀਜ ਲੈਣੇ ਆ ਮਾਰਕੀਟ ਵਿੱਚੋਂ,
ਸੋ ਉੱਥੇ ਕਿਸਾਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਦੇਖੋ ਜੀ, ਜਦੋਂ ਵੀ ਕਿਸਾਨ ਨੇ ਕਿਸੇ ਵੀ ਫਸਲ ਦੇ ਲਈ ਅੱਗੋਂ ਵਿਉਂਤਬੰਦੀ ਕਰਨੀ ਹੈ ਤੇ ਸਭ ਤੋਂ ਪਹਿਲਾ ਮੁੱਢਲਾ ਉਹਦਾ ਹੈ ਬੀਜ ਦੀ ਚੋਣ ਕਰਨੀ ਹੈ। ਬੀਜ ਦੀ ਚੋਣ ਦੇ ਵਿੱਚ ਇਹ ਦੇਖ ਲਿਆ ਜਾਵੇ ਕਿ ਉਸ ਨੇ ਕਿਹੜੀ ਕਿਸਮ ਲਾਉਣੀ ਹੈ। ਮੈਂ ਇਹ ਕਹਾਂਗਾ ਕਿ ਹਮੇਸ਼ਾ ਵੰਡ ਕੇ ਕਿਸਮਾਂ ਲਾਈਏ, ਕਿਉਂਕਿ ਕਈ ਵਾਰ ਕਿਸੇ ਨਾ ਕਿਸੇ ਕਿਸਮ ਨੂੰ ਅਗਰ ਤੁਸੀਂ ਇੱਕ ਹੀ ਕਿਸਮ ਲਾ ਲਈ ਤੇ ਉਸ 'ਤੇ ਕੋਈ ਬਿਮਾਰੀ ਦਾ ਜੇ ਹਮਲਾ ਹੋ ਜੇ ਤਾਂ ਉਹ ਫਿਰ ਸਾਰਾ ਦਾ ਸਾਰਾ ਸੀਜ਼ਨ ਮਾਰ ਹੋ ਜਾਂਦੀ ਆ। ਆਪਣੀ ਵੰਡ ਕੇ ਰਕਬਾ ਜਿਹੜਾ ਹੈ ਉਸ ਨੂੰ ਅਲੱਗ-ਅਲੱਗ ਕਿਸਮਾਂ ਅਧੀਨ ਲਿਆਂਦਾ ਜਾਵੇ। ਹਾਂ, ਜਿੱਥੋਂ ਤੱਕ ਕਿਸਾਨ ਨੇ ਜਦੋਂ ਬਾਜ਼ਾਰ ਦੇ ਵਿੱਚ ਜਾਣਾ ਹੈ ਬੀਜ ਖਰੀਦਣ, ਔਰ ਉਸ ਵੇਲੇ ਉਹ ਮੁੱਖ ਤੌਰ 'ਤੇ ਇਸ ਗੱਲ ਦਾ ਧਿਆਨ ਰੱਖੇ ਕਿ ਜਿਹੜੇ ਸਾਡੇ ਲਾਇਸੈਂਸ ਹੋਲਡਰ ਹੁੰਦੇ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਬੀਜ ਵਿਕਰੀ ਜਿਹੜੇ ਉਹਨਾਂ ਨੂੰ ਲਾਇਸੈਂਸ ਮਿਲੇ ਹਨ, ਉਹਨਾਂ ਦੇ ਕੋਲੋਂ ਹੀ ਬੀਜ ਖਰੀਦਿਆ ਜਾਵੇ। ਔਰ ਬੀਜ ਖਰੀਦਣ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਗਰ ਉਸ ਨੇ ਕੋਈ ਵੀ ਕਿਸਮ ਲੈਣੀ ਹੈ ਤੇ ਉਸ ਬਾਰੇ ਜਾ ਕੇ ਦੁਕਾਨਦਾਰ ਨੂੰ ਪਹਿਲਾਂ ਹੀ ਉਹ ਮੰਗ ਕਰੇ ਕਿ ਮੈਨੂੰ ਆਹ ਕਿਸਮ ਦੀ ਸਰਟੀਫਾਈਡ ਬੀਜ ਦਿੱਤਾ ਜਾਵੇ, ਤਾਂ ਜੋ ਕਿ ਦੁਕਾਨਦਾਰ ਨੂੰ ਇੰਨਾ ਪਤਾ ਲੱਗ ਜਾਵੇਗਾ ਕਿ ਜਿਹੜਾ ਇਹ ਮੇਰੇ ਕੋਲ ਕਿਸਾਨ ਆਇਆ ਹੈ ਇਹ ਜਾਗਰੂਕ ਹੈ ਔਰ ਇਸ ਨੂੰ ਪਤਾ ਹੈ ਵੀ ਇੱਕ ਸਰਟੀਫਾਈਡ ਸ਼੍ਰੇਣੀ ਵੀ ਹੁੰਦੀ ਹੈ। ਔਰ ਜਦੋਂ ਜਾਗਰੂਕਤਾ ਸਾਡੇ ਵਿੱਚ ਹੋਵੇਗੀ ਤੇ ਫਿਰ ਕਿਸੇ ਵੀ ਤਰ੍ਹਾਂ ਤੁਹਾਨੂੰ ਕਿ ਕੋਈ ਵੀ ਧੋਖਾ ਨਹੀਂ ਦੇ ਸਕਦਾ ਹੈ। ਔਰ ਉਸ ਵੇਲੇ ਕਿਸਾਨ ਨੂੰ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਚਾਹੀਦਾ ਹੈ ਕਿ ਬੀਜ ਜਦੋਂ ਅਸੀਂ ਲੈਣਾ ਹੈ ਜਾਂ ਕੋਈ ਵੀ ਇਨਪੁਟ, ਮੈਂ ਤਾਂ ਕਹਾਂਗਾ ਕਿ ਕੋਈ ਵੀ ਕਿਸਾਨ ਨੇ ਖਰੀਦਣੀ ਹੈ ਤੇ ਉਸ ਵੇਲੇ ਦੁਕਾਨਦਾਰ ਦੇ ਕੋਲੋਂ ਪੱਕਾ ਬਿੱਲ ਜੋ ਹੈ ਉਹ ਜ਼ਰੂਰ ਲਿਆ ਜਾਵੇ, ਕਿਉਂਕਿ ਉਹ ਹੀ ਇੱਕ ਸਬੂਤ ਹੁੰਦਾ ਹੈ ਕਿਸਾਨ ਦੇ ਕੋਲ ਕਿ ਉਸ ਨੇ ਆਹ ਕਿਸਮ, ਔਰ ਉਸ ਬਿੱਲ ਨੂੰ ਇੱਕ ਕੱਚੀ ਪਰਚੀ ਦੇ ਵਾਂਗੂ ਨਾ ਲਿਆ ਜਾਵੇ। ਉਸ ਦੇ ਵਿੱਚ ਜੋ ਮਹਿਕਮੇ ਦੇ ਵੱਲੋਂ ਨਿਰਧਾਰਿਤ ਕੀਤੇ ਗਏ ਪਰਫਾਰਮੇ ਦੇ ਅਨੁਸਾਰ ਅਲੱਗ-ਅਲੱਗ ਕਾਲਮ ਹਨ, ਉਸ ਦੇ ਵਿੱਚ ਸਾਰਾ ਕੁਝ ਵਿਸਤਾਰਪੂਰਵਕ ਭਰਵਾ ਕੇ ਤੇ ਫਿਰ ਬਿੱਲ ਕਟਵਾ ਕੇ ਲਿਆ ਜਾਵੇ, ਤਾਂ ਜੋ ਕਿ ਉਸ ਨੂੰ ਕੱਲ੍ਹ ਨੂੰ ਅਗਰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਸੰਬੰਧਿਤ ਵਿਭਾਗ ਦੇ ਨਾਲ ਤਾਲਮੇਲ ਕਰਕੇ ਆਪਣਾ ਹੋਇਆ ਨੁਕਸਾਨ ਦਾ ਕੋਈ ਫਾਇਦਾ ਉਸ ਨੂੰ ਹੋ ਸਕਦਾ ਹੈ। ਔਰ ਖ਼ਾਸ ਤੌਰ 'ਤੇ ਜਦੋਂ ਵੀ ਉਹਦੀ ਵਿਉਂਤਬੰਦੀ ਇਹ ਜ਼ਰੂਰ ਕਰ ਲੈਣ ਔਰ ਬਿੱਲ ਜ਼ਰੂਰ ਕਿਸਾਨ ਵੀਰ ਜ਼ਰੂਰ ਲਿਆ ਕਰੋ। ਸੋ ਕਿਸਾਨ ਵੀਰੋ, ਡਾਕਟਰ ਚੀਮਾ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸੁਚੱਜੇ ਢੰਗ ਨਾਲ ਜੋ ਇਹਨਾਂ ਦਾ ਸਟੇਟ ਸੀਡ ਅਥਾਰਟੀ ਜਲੰਧਰ ਵੱਲੋਂ ਦਿਸ਼ਾ ਨਿਰਦੇਸ਼ ਔਰ ਇਹਨਾਂ ਨੇ ਕਿਸਾਨਾਂ ਸੰਬੰਧੀ ਜੋ ਸਰਟੀਫਾਈਡ ਸੀਡ ਕਿਵੇਂ ਤਿਆਰ ਕਰਨੇ ਹਨ ਔਰ ਕਿਸਾਨ ਕਿੱਥੋਂ ਇਹ ਸੀਡ ਸਰਟੀਫਾਈਡ ਲੈ ਸਕਦੇ ਆ, ਉਹਨਾਂ ਬਾਰੇ ਬਹੁਤ ਹੀ ਵਧੀਆ ਭਰਪੂਰ ਜਾਣਕਾਰੀ ਦਿੱਤੀ। ਸੋ ਡਾਕਟਰ ਚੀਮਾ ਜੀ, ਤੁਹਾਡੇ ਵਡਮੁੱਲੇ ਵਿਚਾਰਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਵੀ ਕਿਸਾਨ ਵੀ ਇਹਨਾਂ ਦੀਆਂ ਗੱਲਾਂ ਦਾ ਭਰਪੂਰ ਫਾਇਦਾ ਉਠਾਉਣਗੇ। ਸੋ ਇਸ ਤੋਂ ਬਾਅਦ ਕਿਸਾਨ ਜ਼ਰੂਰ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਵੀ ਇਹ ਜੋ ਵੀਡੀਓ ਹੈ ਸਾਡੇ ਉੱਤਮ ਖੇਤੀ YouTube ਚੈਨਲ 'ਤੇ ਬਣੀ ਹੈ, ਸੋ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ, ਤਾਂ ਜੋ ਕਿ ਸਾਰੇ ਪੰਜਾਬ ਵਿੱਚ ਜਿੰਨੇ ਵੀ ਕਿਸਾਨ ਇਹਨੂੰ ਵੇਖਣਗੇ ਉਹ ਇਹਨਾਂ ਗੱਲਾਂ ਦਾ ਫਾਇਦਾ ਉਠਾਉਣਗੇ। ਔਰ ਸਮੇਂ-ਸਮੇਂ 'ਤੇ ਸਾਉਣੀ ਦੀ ਫਸਲ ਸੰਬੰਧੀ ਝੋਨੇ ਜਾਂ ਬਾਸਮਤੀ ਦੀ ਕਾਸ਼ਤਕਾਰੀ ਕਿਵੇਂ ਕਰੀਏ, ਆਉਣ ਵਾਲੇ ਸਮੇਂ ਵਿੱਚ ਫਿਰ ਵੀ ਤੁਹਾਡੇ ਨਾਲ ਹੀ ਇਸ ਤਰ੍ਹਾਂ ਵੀਡੀਓ ਸ਼ੇਅਰ ਕਰਕੇ ਤੁਹਾਡੇ ਨਾਲ ਜਾਣਕਾਰੀ ਸਾਂਝੇ ਕਰਦੇ ਰਵਾਂਗੇ। ਸੋ ਬਹੁਤ ਧੰਨਵਾਦ।